ਅੱਜ 21 ਫਰਵਰੀ ਬੁੱਧਵਾਰ ਤੇ ਫੱਗਣ ਦੀ 10 ਤਰੀਕ ਹੈ। ਪੰਜਾਬੀ ਵਿਲਾਗ 'ਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ। ਅੱਜ ਪੂਰੀ ਦੁਨੀਆ ਵਿੱਚ ਜਿਹੜਾ ਨਾ ਉਹ ਮਾਂ ਬੋਲੀ ਦਾ ਆਲਮੀ ਦਿਨ ਮਨਾਇਆ ਜਾ ਰਿਹਾ ਔਰ ਇਹਦਾ ਮਕਸਦ ਹੈਗਾ ਕਿ ਮਾਂ ਬੋਲੀ ਦੀ ਜਿਹੜੀ ਅਹਿਮੀਅਤ ਹੈ ਇਹ ਸਾਰਿਆਂ ਨੂੰ ਦੱਸੀ ਜਾਏ ਔਰ ਜਿਹੜੇ ਲੋਕ ਆਪਣੀ ਜ਼ਬਾਨ ਬੋਲਦੇ ਨੇ ਉਹ ਵੀ ਆਪਣੀ ਜ਼ਬਾਨ ਦੇ ਉੱਤੇ ਫਖਰ ਕਰਨ, ਕਿਉਂਕਿ ਕੋਈ ਵੀ ਜ਼ਬਾਨ ਜਿਹੜੀ ਹੈ ਉਹ ਵੱਡੀ ਜਾਂ ਛੋਟੀ ਨਹੀਂ ਹੁੰਦੀ। ਜ਼ਬਾਨ ਤੇ ਹੁੰਦੀ ਹੈ ਕਿ ਜਿਹਨੂੰ ਜਿਹੜੇ ਬੋਲਣ ਵਾਲੇ ਨੇ ਉਹ ਦੂਸਰੇ ਲੋਕਾਂ ਨਾਲ ਉਹਨਾਂ ਨੇ ਜਦੋਂ ਤਾਲੁਕਾਤ ਰੱਖਣੇ ਨੇ ਤੇ ਆਪਣੀ ਜੋ ਵੀ ਉਹਨਾਂ ਗੱਲਬਾਤ ਕਰਨੀ ਹੁੰਦੀ ਹੈ ਉਹਦੇ ਵਾਸਤੇ ਉਹਨੂੰ ਇਸਤੇਮਾਲ ਕਰਦੇ ਨੇ। ਤੇ ਪੰਜਾਬੀ ਜ਼ਬਾਨ ਵੀ ਦੁਨੀਆ ਦੀ ਵੱਡੀ ਜ਼ਬਾਨਾਂ ਵਿੱਚੋਂ ਇੱਕ ਜ਼ਬਾਨ ਹੈ ਔਰ ਪੰਜਾਬੀ ਜ਼ਬਾਨ 'ਚ ਆਪਣੀ ਗੱਲਬਾਤ ਕਰਨ ਦਾ, ਇਜ਼ਹਾਰ ਕਰਨ ਦਾ ਮੈਂ ਸਮਝਦਾ ਕਿ ਜਿੰਨੀ ਸਲਾਹੀਅਤ ਇਸ ਜ਼ਬਾਨ 'ਚ ਬਾਕੀ ਜ਼ਬਾਨਾਂ 'ਚ ਵੀ ਹੋਵੇਗੀ, ਲੇਕਿਨ ਕਿਉਂਕਿ ਅਸੀਂ ਪੰਜਾਬੀ ਹਾਂ ਔਰ ਮੇਰੀ ਜਿਹੜੀ ਇਹ ਮਾਂ ਬੋਲੀ ਇਹ ਵੀ ਪੰਜਾਬੀ ਜ਼ਬਾਨ ਹੈ। ਬਚਪਨ 'ਚ ਮੇਰਾ ਖਿਆਲ ਹੈ ਕਿ ਸਭ ਤੋਂ ਪਹਿਲਾ ਲਫ਼ਜ਼ ਜਿਹੜਾ ਮੈਂ ਸੁਣਿਆ ਹੋਏਗਾ ਮੇਰੇ ਕੰਨਾਂ ਨੇ ਉਹ ਪੰਜਾਬੀ ਦਾ ਹੀ ਸੀ ਅਤੇ ਜਿਹੜਾ ਮੈਂ ਬੋਲਿਆ ਹੋਏਗਾ ਉਹ ਵੀ ਪੰਜਾਬੀ ਦਾ ਲਫ਼ਜ਼ ਹੀ ਹੋਏਗਾ। ਅਤੇ ਇੱਕ ਦੂਸਰੀ ਗੱਲ ਹੈਗੀ ਹੈ ਕਿ ਜਦੋਂ ਅਸੀਂ ਆਪਣੀ ਮਾਂ ਬੋਲੀ ਦੀ ਗੱਲ ਕਰਨੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਦੂਸਰੀ ਜ਼ਬਾਨ ਦੇ ਨਾਲ ਮੁਕਾਬਲਾ ਕਰਨੇ ਹਾਂ। ਹਰ ਜ਼ਬਾਨ ਦੀ ਅਹਿਮੀਅਤ ਆਪਣੀ ਆਪਣੀ ਹੁੰਦੀ ਹੈ। ਮਸਲਾ ਅਗਰ ਮੈਂ ਪਾਕਿਸਤਾਨ ਹਿੰਦੁਸਤਾਨ ਦੀ ਗੱਲ ਕਰਾਂ ਤਾਂ ਜ਼ਾਹਿਰ ਦੋਵਾਂ ਮੁਲਕਾਂ 'ਚ ਪੰਜਾਬੀ ਜ਼ਬਾਨ ਜਿਹੜੀ ਨਾ ਬਹੁਤ ਜ਼ਿਆਦਾ ਬੋਲੀ ਜਾਂਦੀ ਹੈ। ਇਸੇ ਵਾਸਤੇ ਜਦੋਂ ਅਸੀਂ ਦੁਨੀਆ 'ਚ ਪੰਜਾਬੀ ਲੋਕ ਮਿਲਨੇ ਆ ਤੇ ਬਹੁਤ ਜਲਦੀ ਇੱਕ ਦੂਜੇ ਨਾਲ ਅਸੀਂ ਜਿਹੜੇ ਨਾ ਉਹ ਗੁਲ ਮਿਲ ਜਾਂਦੇ ਹਾਂ। ਉਹਦੀ ਵਜ੍ਹਾ ਇਹ ਪੰਜਾਬੀ ਜ਼ਬਾਨ ਹੁੰਦੀ ਹੈ। ਫਿਰ ਇਹਦੇ ਨਾਲ ਬਾਕੀ ਚੀਜ਼ਾਂ ਵੀ ਜਿਹੜੀਆਂ ਨੇ ਜੁੜੀਆਂ ਹੁੰਦੀਆਂ ਨੇ, ਲੇਕਿਨ ਇਹਦੇ ਨਾਲ ਜਿਹੜੀਆਂ ਦੂਸਰੀਆਂ ਜ਼ਬਾਨਾਂ ਨੇ ਜਿਸ ਤਰ੍ਹਾਂ ਪਾਕਿਸਤਾਨ 'ਚ ਉਰਦੂ ਜ਼ਬਾਨ ਹੈ ਜਾਂ ਹਿੰਦੁਸਤਾਨ ਵਿੱਚ ਹਿੰਦੀ ਜ਼ਬਾਨ ਬੋਲੀ ਜਾਂਦੀ ਹੈ, ਉਸ ਤੋਂ ਬਾਅਦ ਫਿਰ ਅੰਗਰੇਜ਼ੀ ਜਿਹੜੀ ਹੈ ਉਹ ਦਫ਼ਤਰੀ ਜ਼ਬਾਨ ਹੈ ਔਰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਅੰਗਰੇਜ਼ੀ ਜ਼ਬਾਨ 'ਚ ਤਾਲੀਮ ਹਾਸਲ ਕੀਤੀ ਜਾਂਦੀ ਹੈ। ਅਤੇ ਸਾਰੀਆਂ ਜ਼ਬਾਨਾਂ ਆਪਣੀ ਆਪਣੀ ਜਗ੍ਹਾ ਬੜੀਆਂ ਅਹਿਮ ਹੁੰਦੀਆਂ ਨੇ, ਲੇਕਿਨ ਜਿਹੜੀ ਮਾਂ ਬੋਲੀ ਦੀ ਅਹਿਮੀਅਤ ਹੈ ਇਹ ਪੂਰੀ ਦੁਨੀਆ ਨੇ ਇਸ ਨੂੰ ਤਸਲੀਮ ਕੀਤਾ ਹੈ। ਔਰ ਤੁਹਾਨੂੰ ਪਤਾ ਹੋਵੇਗਾ ਕਿ ਸਵੀਡਨ ਵਿੱਚ ਇਹ ਜਿਹੜੇ ਬੱਚੇ ਸਕੂਲਾਂ 'ਚ ਜਾਂਦੇ ਨੇ ਉਹਨਾਂ ਨੂੰ ਹੱਕ ਹੁੰਦਾ ਹੈ ਕਿ ਉਹ ਆਪਣੀ ਮਾਂ ਬੋਲੀ ਜਿਹੜੀ ਹੈ ਨਾ ਉਹਦੇ 'ਚ ਤਾਲੀਮ ਹਾਸਲ ਕਰ ਸਕਣ। ਸਰਕਾਰ ਨੇ ਜਿਹੜੇ ਨਾ ਸਕੂਲਾਂ ਦੇ ਵਿੱਚ ਉਸਤਾਦ ਰੱਖੇ ਨੇ ਜਿਨ੍ਹਾਂ ਨੂੰ ਬਕਾਇਦਾ ਉਹ ਤਨਖਾਹ ਦਿੰਦੀ ਔਰ ਬੱਚੇ ਪਹਿਲਾਂ ਤਾਂ ਜ਼ਿਆਦਾ ਪੜ੍ਹਦੇ ਸਨ, ਲੇਕਿਨ ਹੁਣ ਹਫ਼ਤੇ 'ਚ ਇੱਕ ਵਾਰੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਮਾਂ ਬੋਲੀ ਹੈ ਜਿਹੜੀ ਉਹ ਮਤਲਬ ਬੋਲਦੇ ਨੇ ਉਹਦੇ 'ਚ ਉਹਨਾਂ ਨੂੰ ਜਿਹੜੀ ਹੈ ਨਾ ਹਕੂਮਤ ਦੀ ਤਰਫੋਂ ਤਾਲੀਮ ਦਿੱਤੀ ਜਾਂਦੀ ਹੈ, ਬਲਕਿ ਕਾਲਜ ਵਿੱਚ ਜਾ ਕੇ ਵੀ ਬੱਚੇ ਪੜ੍ਹ ਸਕਦੇ ਨੇ। ਔਰ ਇਹ ਦੁਨੀਆ 'ਚ ਇਹਦੇ 'ਤੇ ਕਾਫੀ ਜਿਹੜੀ ਹੈ ਨਾ ਇਹ ਤਹਿਕੀਕ ਹੋਈ ਹੈ ਕਿ ਜਿਨ੍ਹਾਂ ਬੱਚਿਆਂ ਦੀ ਮਾਂ ਬੋਲੀ ਅੱਛੀ ਹੁੰਦੀ ਹੈ ਉਹਨਾਂ ਦੀ ਦੂਸਰੀ ਤੀਸਰੀ ਜ਼ਬਾਨ ਜਿਹੜੀ ਹੈ ਨਾ ਚੰਗੀ ਹੁੰਦੀ ਹੈ। ਜਿਸ ਤਰ੍ਹਾਂ ਹੁਣ ਬੱਚੇ ਇੱਥੇ ਸਵੀਡਨ 'ਚ ਨੇ, ਸਵੀਡਿਸ਼ ਜ਼ਬਾਨ 'ਚ ਸਕੂਲਾਂ 'ਚ ਪੜ੍ਹਦੇ ਨੇ, ਫਿਰ ਨਾਲ ਇੱਥੇ ਅੰਗਰੇਜ਼ੀ ਵੀ ਪੜ੍ਹਾਈ ਜਾਂਦੀ ਹੈ ਸ਼ੁਰੂ 'ਚ ਹੀ, ਫਿਰ ਨਾਲ ਜਿਹੜੀ ਹੈ ਨਾ ਆਪਣੀ ਬੱਚੇ ਆਪਣੀ ਜਿਹੜੀ ਹੈ ਮਾਂ ਬੋਲੀ ਉਰਦੂ, ਪੰਜਾਬੀ, ਹਿੰਦੀ ਜਿਹੜੀ ਵੀ ਉਹ ਪਸੰਦ ਕਰੀਏ ਜਿਨ੍ਹਾਂ ਮੁਲਕਾਂ ਤੋਂ ਆਏ ਹੁੰਦੇ ਨੇ ਉਹ ਇੱਥੇ ਪੜ੍ਹ ਸਕਦੇ ਨੇ। ਉਸ ਤੋਂ ਅੱਗੇ ਫਿਰ ਜਾ ਕੇ ਸਕੂਲ 'ਚ ਬੱਚੇ ਜਿਹੜੇ ਨਾ ਇੱਕ ਹੋਰ ਯੂਰਪੀ ਜ਼ਬਾਨ ਜਿਹੜੇ ਨਾ ਉਹ ਪੜ੍ਹਦੇ ਨੇ। ਅਤੇ ਜਦੋਂ ਇਹ ਬੱਚੇ ਸਕੂਲ ਤੋਂ ਫਾਰਗ ਹੁੰਦੇ ਨੇ ਅਤੇ ਇਹਨਾਂ ਨੂੰ 4 ਜ਼ਬਾਨਾਂ ਜਿਹੜੀਆਂ ਨਾ ਘੱਟ ਤੋਂ ਘੱਟ ਆਉਂਦੀਆਂ ਹੁੰਦੀਆਂ ਨੇ ਔਰ ਇਹ ਬੱਚੇ ਜਿਹੜੇ ਨੇ ਉਹਨਾਂ 4 ਜ਼ਬਾਨਾਂ ਵਿੱਚ ਗੱਲਬਾਤ ਕਰ ਸਕਦੇ ਨੇ ਔਰ ਇਹ ਤਹਿਕੀਕ ਵੀ ਹੋਈ ਹੈ ਕਿ ਇਹ ਕੋਈ ਮੁਸ਼ਕਿਲ ਨਹੀਂ ਹੁੰਦਾ। ਅਤੇ ਮਾਂ ਬੋਲੀ ਜਿਹੜੀ ਹੈ ਨਾ ਇਹਦੀ ਅਹਿਮੀਅਤ ਤੋਂ ਕੋਈ ਬੰਦਾ ਵੀ ਇਨਕਾਰ ਨਹੀਂ ਕਰ ਸਕਦਾ। ਬਹੁਤ ਸਾਰੇ ਲੋਕ ਨੇ ਜਿਹੜੀ ਬਹੁਤ ਸਾਰੀਆਂ ਜ਼ਬਾਨਾਂ ਬੋਲ ਲੈਂਦੇ ਨੇ ਔਰ ਬਾਜ਼ ਔਕਾਤ ਇਹ ਪਤਾ ਨਹੀਂ ਚੱਲਦਾ ਕਿ ਇਸ ਬੰਦੇ ਦੀ ਅਸਲ ਜ਼ਬਾਨ ਕਿਹੜੀ ਹੈ, ਲੇਕਿਨ ਫਿਰ ਵੀ ਜਿਹੜੀ ਉਹਦੀ ਮਾਂ ਬੋਲੀ ਬਚਪਨ ਤੋਂ ਉਹਨੇ ਜਿਹੜੀ ਸਿੱਖੀ ਹੁੰਦੀ ਹੈ ਨਾ ਉਹਦੇ ਵਿੱਚ ਉਹ ਆਪਣੀ ਗੱਲਬਾਤ ਜਿਹੜੀ ਹੈ ਨਾ ਜ਼ਿਆਦਾ ਬਿਹਤਰ ਕਰ ਸਕਦਾ ਹੈ ਜਾਂ ਅਚਾਨਕ ਗੱਲਬਾਤ ਕਰ ਸਕਦਾ ਹੈ। ਤੁਹਾਨੂੰ ਮੈਂ ਵਾਕਿਆ ਸੁਣਾ ਦੇਣਾ। ਉਹ ਇਹ ਸੀ ਕਿ ਹਿੰਦੁਸਤਾਨ ਦੇ ਵਿੱਚ ਕਹਿੰਦੇ ਨੇ ਜੀ ਕਿ ਇੱਕ ਦਫਾ ਇੱਕ ਬੰਦਾ ਆਇਆ ਔਰ ਉਹ ਬਾਦਸ਼ਾਹ ਦੇ ਦਰਬਾਰ 'ਚ ਗਿਆ ਔਰ ਉਹਨੇ ਕਿਹਾ ਜੀ ਕਿ ਮੈਨੂੰ ਦੁਨੀਆ ਦੀਆਂ ਜਿਹੜੀਆਂ ਨੇ ਬਹੁਤ ਸਾਰੀਆਂ ਜ਼ਬਾਨਾਂ ਆਉਂਦੀਆਂ ਨੇ ਔਰ ਕੋਈ ਬੰਦਾ ਇਹ ਮੈਨੂੰ ਦੱਸੇ ਕਿ ਮੇਰੀ ਜਿਹੜੀ ਹੈ ਨਾ ਮਾਂ ਬੋਲੀ ਕਿਹੜੀ। ਔਰ ਉਹ ਉਸ ਜ਼ਮਾਨੇ 'ਚ ਜਿੰਨੀਆਂ ਵੀ ਜ਼ਬਾਨਾਂ ਹੋਣਗੀਆਂ ਮਸਲਨ ਉਰਦੂ ਹੋਏਗਾ, ਹਿੰਦੀ ਹੋਏਗੀ, ਪੰਜਾਬੀ, ਫਾਰਸੀ, ਅਰਬੀ, ਸੰਸਕ੍ਰਿਤ, ਸਾਰੀਆਂ ਉਹ ਬਿਲਕੁਲ ਇਸ ਤਰ੍ਹਾਂ ਦਰਬਾਰ 'ਚ ਉਹ ਬੋਲਦਾ ਸੀ ਔਰ ਬਹੁਤ ਸਾਰੇ ਲੋਕ ਜਿਹੜੇ ਮਤਲਬ ਪੜ੍ਹੇ ਲਿਖੇ ਉੱਥੇ ਦਰਬਾਰ ਸਨ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ। ਕੋਈ ਬੰਦਾ ਇਹ ਅੰਦਾਜ਼ਾ ਨਹੀਂ ਲਾ ਸਕਿਆ ਕਿ ਇਹਦੀ ਅਸਲ ਜ਼ਬਾਨ ਮਾਂ ਬੋਲੀ ਕਿਹੜੀ ਹੈ, ਕਿਉਂਕਿ ਉਹ ਸਾਰੀਆਂ ਜ਼ਬਾਨਾਂ ਇੰਨੀਆਂ ਬਿਹਤਰੀਨ ਬੋਲਦਾ ਸੀ। ਉਹਨਾਂ 'ਚੋਂ ਇੱਕ ਬੜਾ ਸਿਆਣਾ ਬੰਦਾ ਸੀ, ਉਹਨੇ ਕਿਹਾ ਜੀ ਮੈਂ ਤੁਹਾਨੂੰ ਕੱਲ੍ਹ ਦੱਸਾਂਗਾ ਕਿ ਇਹਦੀ ਜਿਹੜੀ ਹੈ ਨਾ ਅਸਲ ਮਾਂ ਬੋਲੀ ਕਿਹੜੀ। ਉਹਨਾਂ ਕਿਹਾ ਜੀ ਠੀਕ ਹੈ। ਉਸ ਤੋਂ ਬਾਅਦ ਜਨਾਬ ਉਹ ਰਾਤ ਪੈ ਗਈ। ਉਸ ਬੰਦੇ ਨੇ ਪੁੱਛਿਆ ਜੀ ਕਿ ਉਹ ਜਿਹੜਾ ਬੰਦਾ ਹੈ ਉਹ ਕਿਹੜੀ ਜਗ੍ਹਾ ਰਹਿ ਰਿਹਾ। ਉਹਨਾਂ ਕਿਹਾ ਜੀ ਫਲਾਂ ਜਿਹੜੀ ਹੈ ਨਾ ਸਰਾਹ ਉਹਦੇ ਵਿੱਚ ਉਹ ਜਿਹੜਾ ਨਾ ਸੁੱਤਾ ਹੈ। ਉਹ ਬੰਦਾ ਰਾਤ ਨੂੰ 2 ਵਜੇ ਗਿਆ, ਉਹਨੇ ਜਨਾਬ ਪਾਣੀ ਦੀ ਬਾਲਟੀ ਲਈ ਔਰ ਉਸ ਸੁੱਤੇ ਬੰਦੇ ਦੇ ਉੱਤੇ ਜਨਾਬ ਜਦੋਂ ਸੁੱਟੀ ਤਾਂ ਉਹ ਸੁੱਤਾ ਉੱਠਿਆ ਔਰ ਉਹਨੇ ਆਪਣੀ ਜ਼ਬਾਨ ਦੇ ਵਿੱਚ ਜਿਹੜੀ ਨਾ ਗਾਲ ਕੱਢੀ। ਅਤੇ ਇੱਥੋਂ ਯਾਨੀ ਇਹ ਤੁਹਾਨੂੰ ਪਤਾ ਲੱਗਦਾ ਕਿ ਜਦੋਂ ਅਚਾਨਕ ਕੋਈ ਸੂਰਤ ਹਾਲ ਹੁੰਦੀ ਹੈ ਨਾ ਤੇ ਬੰਦੇ ਦੀ ਜ਼ਬਾਨ 'ਚ ਜਿਹੜਾ ਲਫ਼ਜ਼ ਨਿਕਲਦਾ ਨਾ ਉਹ ਆਪਣੀ ਮਾਦਰੀ ਜ਼ਬਾਨ ਦਾ ਹੁੰਦਾ। ਅਤੇ ਇਸ ਵਾਸਤੇ
ਅੱਜ ਚूँकि ਜਿਹੜਾ ਨਾ ਉਹ ਮਾਂ ਬੋਲੀ ਦਾ ਆਲਮੀ ਦਿਨ ਹੈ ਤੇ ਇਸ ਮੌਕੇ ਤੇ ਮੈਂ ਸੋਚਿਆ ਕਿ ਪੰਜਾਬੀ ਜਿਹੜੀ ਮੇਰੀ ਵੀ ਆਪਣੀ ਮਾਂ ਬੋਲੀ ਹੈ ਇਹਦੇ ਵਿੱਚ ਮੈਂ ਵਲੌਗ ਬਣਾ ਮੈਂ ਕੋਸ਼ਿਸ਼ ਕਰਾਂਗਾ ਕਿ ਅੱਗੋਂ ਵੀ ਮਜ਼ੀਦ ਪੰਜਾਬੀ ਵਿੱਚ ਜਿਹੜੇ ਨਾ ਕੁਝ ਵਲੌਗ ਹੋਣੇ ਚਾਹੀਦੇ ਨੇ। ਇੱਥੇ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਜੀ ਕਿ ਪੰਜਾਬੀ ਵਲੌਗ ਜਿਹੜੇ ਨੇ ਉਹ ਵੀ ਜਿਹੜੇ ਨੇ ਪਸੰਦ ਕੀਤੇ ਜਾਂਦੇ ਨੇ। ਔਰ ਇਹ ਜਿਹੜਾ ਅੱਜ ਦਿਨ ਮਨਾਇਆ ਜਾ ਰਿਹਾ ਹੈ ਇਹਦਾ ਵੀ ਥੋੜ੍ਹਾ ਜਿਹਾ ਮੈਂ ਦੱਸਦਾ ਕਿ ਇਹ ਕਿਉਂ ਮਨਾਇਆ ਜਾਂਦਾ ਹੈ। ਇਹ ਇਸ ਤਰ੍ਹਾਂ ਸੀ ਕਿ ਜਦੋਂ ਹਿੰਦੁਸਤਾਨ 'ਚੋਂ ਅੰਗਰੇਜ਼ ਆਪਣੀ ਟਿੰਡ ਫੂੜੀ ਚੁੱਕ ਕੇ ਗਏ ਤੇ 1947 'ਚ ਜਿਹੜੇ ਨਾ ਦੋ ਮੁਲਕ ਬਣੇ ਹਿੰਦੁਸਤਾਨ ਤੇ ਪਾਕਿਸਤਾਨ। ਤੇ ਉਸ ਵੇਲੇ ਪਾਕਿਸਤਾਨ ਜਿਹੜੇ ਹਨ ਉਹਦੇ ਦੋ ਹਿੱਸੇ ਸਨ, ਇੱਕ ਜਿਹੜਾ ਸੀ ਹੁਣ ਵਾਲਾ ਜਿਹੜਾ ਪਾਕਿਸਤਾਨ ਹੈ ਜਿਹਨੂੰ ਵੈਸਟ ਪਾਕਿਸਤਾਨ ਕਹਿੰਦੇ ਸਨ ਔਰ ਦੂਸਰਾ ਈਸਟ ਪਾਕਿਸਤਾਨ ਸੀ। ਉਹ ਜਿਹੜਾ ਈਸਟ ਪਾਕਿਸਤਾਨ ਜਿਹੜਾ ਅੱਜ ਕੱਲ੍ਹ ਦਾ ਬੰਗਲਾਦੇਸ਼ ਉੱਥੇ ਬੰਗਾਲੀ ਜ਼ਬਾਨ ਜਿਹੜੀ ਸੀ ਨਾ ਬੋਲੀ ਜਾਂਦੀ ਸੀ। ਔਰ ਅਗਰ ਉਸ ਵਕਤ ਦੀ ਆਬਾਦੀ ਵੇਖੀ ਜਾਏ ਤੇ ਬੰਗਾਲੀਆਂ ਦੀ ਆਬਾਦੀ ਜਿਹੜੀ ਹੈ ਨਾ ਉਹ 50% ਤੋਂ ਜ਼ਿਆਦਾ ਸੀ। ਉਹਨਾਂ ਦਾ ਇਹ ਮੁਤਾਲਬਾ ਸੀ ਕਿ ਸਾਡੀ ਜ਼ਬਾਨ ਜਿਹੜੀ ਨਾ ਇਹਨੂੰ ਵੀ ਕੌਮੀ ਜ਼ਬਾਨ ਕਰਾਰ ਦਿੱਤਾ ਜਾਏ, ਕਿਉਂਕਿ ਜਦੋਂ ਪਾਕਿਸਤਾਨ ਬਣਿਆ ਤਾਂ ਉਦੋਂ ਕਿਹਾ ਗਿਆ ਜੀ ਕਿ ਪਾਕਿਸਤਾਨ ਦੀ ਕੌਮੀ ਜ਼ਬਾਨ ਜਿਹੜੀ ਨਾ ਉਰਦੂ ਹੋਏਗੀ। ਤੇ ਬੰਗਾਲੀਆਂ ਕਿਹਾ ਜੀ ਕਿ ਸਾਡੀ ਜ਼ਬਾਨ ਦੇ ਨਾਲ ਜ਼ਿਆਦਤੀ ਹੈ, ਸਾਡੀ ਜ਼ਬਾਨ ਨੂੰ ਵੀ ਕੌਮੀ ਜ਼ਬਾਨ ਦਾ ਦਰਜਾ ਦਿੱਤਾ ਜਾਏ। ਉਸ ਤੋਂ ਬਾਅਦ ਫਿਰ ਕਾਫੀ ਲੰਬੇ ਹੰਗਾਮੇ ਹੋਏ। ਇਹ ਸਾਰੀ ਤਫਸੀਲ ਕਿਉਂਕਿ ਬਹੁਤ ਲੰਬੀ ਹੈ, ਇਹ ਮੈਂ ਕਿਸੇ ਆਪਣੇ ਉਰਦੂ ਵਲੌਗ ਦੇ ਵਿੱਚ ਜਿਹੜਾ ਨਾ ਉਹ ਤੁਹਾਨੂੰ ਤਫਸੀਲ ਨਾਲ ਦੱਸਾਂਗਾ, ਉਹਦੇ 'ਚ ਤੁਸੀਂ ਇਹ ਜਾਣ ਸਕਦੇ ਹੋ। ਮੁਖਤਸਰ ਇਹ ਕਿ ਫਿਰ ਇੰਜ ਹੋਇਆ ਕਿ 1952 'ਚ 21 ਫਰਵਰੀ ਨੂੰ ਉੱਥੇ ਜਿਹੜੇ ਢਾਕਾ ਦੇ ਵਿੱਚ ਤਾਲਿਬ ਇਲਮ ਸਨ, ਸਟੂਡੈਂਟ ਸਨ, ਉਹਨਾਂ ਨੇ ਜਨਾਬ ਉੱਥੇ ਹੜਤਾਲ ਕੀਤੀ। ਪੁਲਿਸ ਨੇ ਜਨਾਬ ਗੋਲੀਆਂ ਚਲਾਈਆਂ, ਕੋਈ 8 ਲੜਕੇ ਜਿਹੜੇ ਨੇ ਉਹ ਮਾਰੇ ਗਏ। ਉਸ ਦਿਨ ਨੂੰ ਫਿਰ ਉਹਨਾਂ ਨੇ ਮਨਾਉਣਾ ਸ਼ੁਰੂ ਕਰ ਦਿੱਤਾ ਜੀ ਕਿ ਇਹ ਬੰਗਾਲੀ ਜ਼ਬਾਨ ਵਾਸਤੇ ਇਹ ਜਿਹੜੇ ਸਨ ਉਹਨਾਂ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ। ਤੇ ਫਿਰ 1971 'ਚ ਜਦੋਂ ਬੰਗਲਾਦੇਸ਼ ਬਣ ਗਿਆ ਤੇ ਬੰਗਲਾਦੇਸ਼ ਦੀ ਹਕੂਮਤ ਨੇ ਉਹ ਜਗ੍ਹਾ ਜਿੱਥੇ ਬੰਗਾਲੀ ਜਿਹੜੇ ਨੇ ਸਟੂਡੈਂਟ ਮਾਰੇ ਗਏ ਸਨ ਉਹਨਾਂ ਦੇ ਉੱਥੇ ਇੱਕ ਸ਼ਹੀਦ ਮੀਨਾਰ ਬਣਾਇਆ। ਤੇ ਬੰਗਲਾਦੇਸ਼ ਦੇ ਜਿਹੜੇ ਲੋਕ ਸਨ, ਹਕੂਮਤ ਦੀ ਵੀ ਉਹਨਾਂ ਨੂੰ ਮਦਦ ਸੀ, ਉਹਨਾਂ ਨੇ ਅਕਵਾਮ ਮੁਤੱਹਿਦਾ 'ਚ ਕਿਹਾ ਜੀ ਕਿ ਜਿਹੜਾ ਨਾ ਆਲਮੀ ਦਿਨ ਮਨਾਇਆ ਜਾਣਾ ਚਾਹੀਦਾ ਹੈ ਜਿਹੜਾ ਨਾ ਮਾਂ ਬੋਲੀ ਦਾ, ਮਾਦਰੀ ਜ਼ਬਾਨ ਦਾ। ਤੇ ਉਹ ਫਿਰ ਜਿਹੜਾ ਨਾ 1999 'ਚ ਜਿਹੜਾ ਨਾ ਅਕਵਾਮ ਮੁਤੱਹਿਦਾ ਦਾ ਜਿਹੜਾ ਅਦਾਰਾ ਯੂਨੈਸਕੋ ਉਹਨੇ ਇਹ ਫੈਸਲਾ ਕਰ ਲਿਆ ਕਿ ਅਸੀਂ 21 ਫਰਵਰੀ ਨੂੰ ਪੂਰੀ ਦੁਨੀਆ 'ਚ ਹਰ ਸਾਲ ਜਿਹੜਾ ਨਾ ਉਹ ਮਾਂ ਬੋਲੀ ਦਾ ਦਿਨ ਮਨਾਉਣਗੇ। ਤੇ ਇਸ ਵਾਸਤੇ ਇਹ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ। ਉਹ ਹੁਣ ਹਰ ਪਾਸੇ ਮਨਾਇਆ ਜਾਂਦਾ ਹੈ, ਹਰ ਇੱਕ ਆਪਣੀ ਮਾਂ ਬੋਲੀ 'ਤੇ ਫਖਰ ਕਰਦਾ ਔਰ ਉਹਦੇ ਬਾਰੇ 'ਚ ਗੱਲਬਾਤ ਕਰਦਾ। ਤੇ ਅੱਜ ਦੇ ਪੰਜਾਬੀ ਵਲੌਗ ਵਿੱਚ ਇਹੀ ਮੈਂ ਦੱਸਣਾ ਚਾਹ ਰਿਹਾ ਸਾਂ ਕਿ ਮਾਂ ਬੋਲੀ ਦੀ ਅਹਿਮੀਅਤ ਕਿੰਨੀ ਕਿ ਔਰ ਸਾਨੂੰ ਬਿਲਕੁਲ ਬੋਲਣਾ ਚਾਹੀਦਾ, ਇਹਦੇ 'ਤੇ ਫਖਰ ਵੀ ਕਰਨਾ ਚਾਹੀਦਾ ਹੈ। ਔਰ ਉਸ ਤੋਂ ਬਾਅਦ ਇਹ ਦਿਨ ਜਿਹੜਾ ਨਾ ਕਿਉਂ ਮਨਾਇਆ ਜਾਂਦਾ ਹੈ। ਹੁਣ ਇਸ ਵਲੌਗ ਦੇ ਬਾਰੇ 'ਚ ਆਪਣੀ ਰਾਏ ਜਿਹੜੀ ਨਾ ਜ਼ਰੂਰ ਲਿਖੋ, ਇਹਦੀ ਰਸੀਦ ਤੁਹਾਨੂੰ ਦੇਣੀ ਚਾਹੀਦੀ ਹੈ। ਇਹ ਤੁਸੀਂ ਵਲੌਗ ਨੂੰ ਲਾਈਕ ਕਰਕੇ ਵੀ ਦੇ ਸਕਦੇ ਹੋ, ਇਹਨੂੰ ਸਬਸਕ੍ਰਾਈਬ ਕਰਾ ਦਿਓ ਚੈਨਲ ਨੂੰ ਅਗਰ ਤੁਸੀਂ ਨਹੀਂ ਕੀਤਾ, ਕਿਉਂਕਿ ਅੱਗੋਂ ਆਉਣ ਵਾਲੇ ਦਿਨਾਂ 'ਚ ਮੈਂ ਹੋਰ ਪੰਜਾਬੀ ਵਲੌਗ ਵੀ ਜਿਹੜੇ ਨੇ ਉਹ ਤੁਹਾਡੀ ਖਿਦਮਤ 'ਚ ਪੇਸ਼ ਕਰਾਂਗਾ ਔਰ ਬਹੁਤ ਸਾਰੇ ਪੰਜਾਬੀ ਲੋਕਾਂ ਨਾਲ ਜਿਹੜੀ ਗੱਲਬਾਤ ਹੈ ਉਹ ਵੀ ਜਿਹੜੀ ਹੈ ਨਾ ਤੁਸੀਂ ਵੇਖ ਸਕੋਗੇ। ਆਪਣਾ ਧਿਆਨ ਰੱਖਣਾ ਤੇ ਰੱਬ ਰਾਖਾ ਤੇ ਮੈਨੂੰ ਦਿਓ ਇਜਾਜ਼ਤ।